ਤੁਸੀਂ ਦੇਖ ਰਹੇ ਹੋ ਕਲਮ ਤਲਵਾਰ ਨਾਲ ਤਿੱਖੀ ਤੇ ਮੈਂ ਮਨਜੀਤ ਕੌਰ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਤੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਡਟੇ ਹੋਏ ਨੇ। ਗੱਲਬਾਤ ਕਰਦੇ ਹਾਂ ਕਿਸਾਨੀ ਮਸਲੇ ਨੂੰ ਲੈ ਕੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਪੱਤਰਕਾਰ ਸੁਨੀਲ ਹਿਮਾਚਲੀ। ਸੁਨੀਲ जी, सुप्रीम कोर्ट वालों थोड़ी देर च आदेश आ जाणागा किसान अंदोलन नूं लैके, की लगदा सरकार मन्नेगी, किसान मन्नणगे उस आदेश नूं? मनजीत, बिल्कुल जिवें कि तुसीं दस्सिया कि थोड़े कि घंटियां बाद जिहड़ी आ ਉਹ ਇੱਕ ਵੱਡਾ फैसला, ਵੱਡੇ ਆਦੇਸ਼, ਵੱਡੇ ਹੁਕਮ ਸੁਪਰੀਮ ਕੋਰਟ ਵੱਲੋਂ ਆ ਜਾਣੇ ਨੇ। ਲੇਕਿਨ ਸਭ ਤੋਂ ਵੱਡਾ ਸਵਾਲ ਜਿਹੜਾ ਤੁਸੀਂ ਪੁੱਛ ਰਹੇ ਹੋ ਉਹ ਇਹਦੇ ਤੇ ਹੀ ਸ਼ਾਇਦ ਸਾਰੇ ਮੁਲਕ ਦੀਆਂ ਨਿਗਾਹਾਂ ਨੇ। ਤਰ੍ਹਾਂ ਤਰ੍ਹਾਂ ਦੇ ਸਵਾਲ ਜਿਹੜੇ ਉਹ ਲੋਕਾਂ ਦੇ ਜ਼ਿਹਨ ਦੇ ਅੰਦਰ ਵੀ ਨੇ, ਪੱਤਰਕਾਰਾਂ ਵੱਲੋਂ ਜਿਹੜੇ ਵੱਖ-ਵੱਖ ਡਿਬੇਟਾਂ ਤੇ ਵੀ ਪੁੱਛੇ ਜਾ ਰਹੇ ਨੇ। ਕਿਉਂਕਿ ਦੇਖੋ, ਜਿਸ ਤਰੀਕੇ ਨਾਲ ਆਦੇਸ਼ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਦੇ ਸਕਦੇ ਨੇ ਕੁਝ ਕੁ ਘੰਟਿਆਂ 'ਚ, ਕਿਉਂਕਿ ਜਿਹੜੀ ਸੁਣਵਾਈ ਹੋਣੀ ਆ, ਇਸ ਤੋਂ ਪਹਿਲਾਂ ਜਿਹੜੀ ਸੁਣਵਾਈ ਹੋਈ ਉਹਦੇ ਵਿੱਚ ਦੇਖੋ ਕੀ ਕੁਛ ਦਲੀਲਾਂ ਦੋਨਾਂ ਪਾਸੇ ਦੀਆਂ, ਜਿਹੜੇ ਕਿਸਾਨ ਦੇ ਵਕੀਲ ਆਏ ਸੀ ਉਹਨਾਂ ਵਕੀਲਾਂ ਵੱਲੋਂ ਵੀ ਦਿੱਤੀਆਂ ਗਈਆਂ, ਜਿਹੜੇ ਸਰਕਾਰ ਦੇ ਵਕੀਲ ਸੀਗੇ ਉਹਨਾਂ ਵੱਲੋਂ ਵੀ ਦਿੱਤੀਆਂ ਗਈਆਂ। ਹਾਲਾਂਕਿ ਫਟਕਾਰ ਜਿਹੜੀ ਹੈ ਕਹਿੰਦੇ ਕੇਂਦਰ ਸਰਕਾਰ ਨੂੰ ਬਹੁਤ ਲੱਗੀ ਆ ਉਸ ਦੇ ਵਿੱਚ, ਜਦੋਂ ਜਿਹੜੇ CJI ਸੀਗੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਕਿਸਾਨ ਅੰਦੋਲਨ ਬਾਰੇ ਤੁਸੀਂ ਚੰਗੀ ਤਰ੍ਹਾਂ ਸੋਚ ਨਹੀਂ ਰਹੇ ਹੋ, ਕਿਉਂਕਿ ਜੇਕਰ ਤੁਸੀਂ ਚੰਗੀ ਤਰ੍ਹਾਂ ਵੇਖਿਆ ਹੁੰਦਾ ਉਸ ਨੂੰ ਤਾਂ ਜੇਕਰ ਉਹ ਜਿਹੜੇ ਹਾਲਾਤ ਨੇ, ਜਿਹੜਾ ਮੌਤਾਂ ਹੋ ਰਹੀਆਂ ਜਾਂ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਇਹੋ ਜਿਹੀ ਵੀ ਕਿਤੇ ਨਾ ਕਿਤੇ ਜਿਹੜੀਆਂ CJI ਨੇ ਗੱਲਾਂ ਕਹੀਆਂ ਤੇ ਇਹਦਾ ਮਤਲਬ ਇਹੀ ਕੱਢਿਆ ਜਾ ਸਕਦਾ। ਦੂਜੇ ਪਾਸੇ ਜੇ ਇਹ ਵੀ ਗੱਲ ਕਹੀ ਕਿ ਜੇਕਰ ਤੁਸੀਂ ਰੱਦ ਨਹੀਂ ਕਰੋਗੇ ਕਾਨੂੰਨ ਤੇ ਅਸੀਂ ਰੱਦ ਕਰ ਦੇਵਾਂਗੇ, ਇਹ CJI ਨੇ ਕਿਹਾ। ਰੱਦ ਕਰਨ ਦੀ ਗੱਲ ਨਹੀਂ ਕਹੀ, ਰੋਕ ਲਗਾਉਣ ਦੀ ਗੱਲ ਕਹੀ, ਕਿਉਂਕਿ ਫਿਰ ਇਹੋ ਜਿਹੀਆਂ ਚੀਜ਼ਾਂ ਦੇ ਅਲੱਗ-ਅਲੱਗ ਮਤਲਬ ਕੱਢੇ ਜਾਂਦੇ ਨੇ। ਤੇ ਇਸੇ ਕਰਕੇ ਨਿਸ਼ਪਕਸ਼ ਤਰੀਕੇ ਨਾਲ ਹੁਣ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਉਣਾ, ਕਿਉਂਕਿ ਦੇਸ਼ ਦੀ ਸਰਵਉੱਚ ਅਦਾਲਤ ਆ, ਸਾਰਿਆਂ ਦਾ ਉਹਦੇ ਤੇ विश्वास आ, ते उस विश्वास दे विच जिहड़ी हुण एक कानूनी फैसला आउणा, उस कानूनी फैसले दे विच मनजीत सारे मुल्क दी, दुनिया भर दे लोकां दी नाल जिहड़े विदेशां विच बैठे लोक ने, जिहड़े कृषि नाल संबंधित ने, सारियां दी इस वक्त ये निगाह इहदे ते बनी हुई है कि कोर्ट जिहड़ा की आदेश दिंदा, कमेटी बनाउण नूं कहंदा या कानूनां नूं उन्ने दिनां तक स्टे लगांदा जदों तक कमेटी दी कोई रिपोर्ट नहीं आ जांदी, या फिर स्टे लगा दिंदा ते जिहड़ा सरकार नूं हक ते या किसानां दे हक दे विच गलबात करके जिहड़ा कि फैसला कड्डो ते अंदोलन वापस लै लो, या फिर हो सकता कि आउंदे बजट सैशन दे विच जिहड़ी सरकार ਉਹ ਕਾਨੂੰਨਾਂ ਤੇ ਕਿਤੇ ਨਾ ਕਿਤੇ ਸੋਧ ਕਰਕੇ ਉਹਦੇ ਤੇ ਸੋਧ ਕਰਨ ਤੋਂ ਬਾਅਦ ਜਿਹੜੀ ਆ ਚੁੱਪਚਾਪ ਕਹਿ ਦੇਵੇ ਕਿ ਹਾਂ ਅਸੀਂ ਸੋਧ ਕਰਤਾ, ਜੋ ਕਿਸਾਨਾਂ ਨੇ ਚਾਹਿਆ ਸੀ ਅਸੀਂ ਉੱਦਾਂ ਕਰਤਾ, ਵਾਪਸ ਨਾ ਲਵੇ। ਇਹ ਵੀ ਸਰਕਾਰ ਕੋਲ ਇਕਰਾਰ। ਲੇਕਿਨ ਸਰਕਾਰ ਦੇ ਕੁਛ ਇੱਕ ਪਾਸੇ ਇਹ ਵੀ ਕਹਿੰਦੇ ਨੇ ਕਿ ਸੁਪਰੀਮ ਕੋਰਟ ਜਿਹੜਾ ਉਹ ਸਟੇ ਨਹੀਂ ਲਗਾ ਸਕਦਾ। ਹੁਣ ਸੰਵਿਧਾਨਿਕ ਤਰੀਕਾ ਇੱਕ ਕਹਿੰਦੇ ਨੇ, ਹੁਣ ਸੰਵਿਧਾਨਿਕ ਦੇ ਵਿੱਚ, ਸੰਵਿਧਾਨ ਤੌਰ ਦੇ ਵਿੱਚ ਕੀ ਕੁਛ ਚੀਜ਼ਾਂ ਨੇ, ਕਿਉਂਕਿ ਤਰ੍ਹਾਂ ਤਰ੍ਹਾਂ ਦੇ ਵਿਵਾਦ ਜਿਹੜੇ ਨੇ ਆ ਰਹੇ ਨੇ। ਲੇਕਿਨ ਸੁਪਰੀਮ ਕੋਰਟ ਦੀ ਗੱਲ ਮੰਨਣਗੇ ਕਿਸਾਨ ਜਾਂ ਸਰਕਾਰ, ਇਹ ਤਾਂ ਹੁਣ ਵਕਤ ਹੀ ਦੱਸੇਗਾ, ਕਿਉਂਕਿ ਕਿਸਾਨ ਤਾਂ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਜੇਕਰ ਕਮੇਟੀ ਬਣਾਉਣ ਵਾਲੀ ਗੱਲ ਕਹਿ ਦਿੰਦੇ ਨੇ ਤੇ ਵੀ ਅਸੀਂ ਜਿਹੜਾ ਉਹ ਅੰਦੋਲਨ ਵਾਪਸ ਨਹੀਂ ਲਵਾਂਗੇ, ਕਿਉਂਕਿ ਜੇਕਰ ਕਮੇਟੀ ਬਣ ਗਈ ਤਾਂ ਕਮੇਟੀ ਦਾ ਆਪਣਾ ਕੰਮ ਕਰੇਗੀ। ਉਹਦੇ ਵਿੱਚ ਸਰਕਾਰ ਦੇ ਨੁਮਾਇੰਦੇ ਵੀ ਹੋਣੇ ਨੇ, ਉਹਦੇ ਵਿੱਚ ਕਿਸਾਨਾਂ ਦੇ ਆਗੂ ਵੀ ਹੋਣੇ ਨੇ, ਇਹਦੇ ਵਿੱਚ ਹੋਰ ਵੀ ਇੱਕ ਦੋ ਬੰਦੇ ਵੱਖ-ਵੱਖ ਹੋਣੇ ਨੇ। ਸ਼ਾਇਦ ਕਿਸੇ ਪੱਤਰਕਾਰ ਦੀ ਵੀ ਉਹਦੇ ਵਿੱਚ ਸ਼ਮੂਲੀਅਤ ਹੋ ਜਾਏ, ਕਿਉਂਕਿ ਪੱਤਰਕਾਰਾਂ ਨੂੰ ਵੀ ਕਾਫੀ ਤਜਰਬਾ ਹੁੰਦਾ। ਕਿਸਾਨੀ ਖਿੱਤੇ ਨਾਲ ਜੁੜੇ ਜਿੰਨੇ ਲੋਕ ਨੇ ਉਹਨਾਂ ਸਾਰਿਆਂ ਦਾ ਇੱਕ ਕਮੇਟੀ ਬਣਨੀ ਹੈ। ਹੁਣ ਕਮੇਟੀ ਦੇ ਮੈਂਬਰ ਕੁਛ ਇੱਕ ਜਿਹੜੇ ਨੇ ਉਹ ਸੁਪਰੀਮ ਕੋਰਟ ਨੇ ਵੀ ਸੁਝਾਏ ਨੇ ਨਾ, ਲੇਕਿਨ ਹੁਣ ਜਿਹੜੇ ਬਿਆਨ ਨੇ, ਬਿਆਨਾਂ ਤੋਂ ਬਾਅਦ ਦੇਖੋ ਜਿਸ ਤਰੀਕੇ ਦੀਆਂ ਦਲੀਲਾਂ ਦਿੱਤੀਆਂ ਗਈਆਂ, ਉਸ ਤੋਂ ਬਾਅਦ ਹੁਣ ਚਿੰਤਾ ਦਾ ਵਿਸ਼ੇ ਮਨਜੀਤ ਇਹੀ ਹੈ ਜੇਕਰ ਕਮੇਟੀ ਬਣ ਜਾਂਦੀ ਆ ਤਾਂ ਕਿ ਕਿਸਾਨ ਅੰਦੋਲਨ ਵਾਪਸ ਲੈ ਲੈਣਗੇ, ਕਿਉਂਕਿ ਕਮੇਟੀ 2 ਦਿਨ 'ਚ ਫੈਸਲਾ ਕਰੇਗੀ, 2 ਮਹੀਨੇ 'ਚ ਹੀ ਕਰੇਗੀ, 2 ਸਾਲਾਂ ਦੇ ਵਿੱਚ ਕਰੇਗੀ, ਜਾਂ ਉਦੋਂ ਤੱਕ ਸਟੇ ਰਹੇਗਾ, ਜਾਂ ਮੋਦੀ ਸਰਕਾਰ ਜਿਹੜਾ ਕਾਨੂੰਨ ਲੈ ਕੇ ਆਈ ਹੈ ਉਹਦੇ ਤੇ ਸਟੇ ਰਹਿੰਦਾ ਤੇ ਅਗਲੇ ਜਿਹੜੇ 2023-24 ਦੇ ਫਿਰ ਜਾ ਕੇ ਲੋਕ ਸਭਾ ਇਲੈਕਸ਼ਨ ਹੋਣੇ ਨੇ ਨਵੀਂ ਸਰਕਾਰ ਲਈ, ਉਸ ਵੇਲੇ ਤੱਕ ਸਟੇ ਰਹਿੰਦਾ, ਕਿਉਂਕਿ ਇਹ ਲੰਬੀਆਂ ਚੀਜ਼ਾਂ ਨੇ। ਦੂਜੇ ਪਾਸੇ ਜੇਕਰ ਕੋਰਟ ਦੇ ਜਾਣ ਦੀ ਗੱਲ ਸਰਕਾਰ ਕਹਿੰਦੀ ਹੈ ਕਿ ਕੋਰਟ ਦਾ ਰਾਹ ਖੁੱਲ੍ਹਾ, ਜੇਕਰ ਕਿਸੇ ਨੂੰ ਫਿਰ ਵੀ ਜਿਹੜਾ MSP ਤੇ ਜਾਂ ਬਾਕੀ ਚੀਜ਼ਾਂ ਤੇ ਆਸ਼ਵਾਸਨ ਦੀ ਗੱਲ ਤੇ ਉਹ ਨਹੀਂ ਮੰਨ ਰਹੇ ਤਾਂ ਦੇਖੋ ਕੋਰਟ ਦੇ ਕੰਮ ਨੇ ਲੰਬੇ ਚਲੇ ਜਾਂਦੇ ਨੇ। ਕਈ ਵਾਰੀ ਅਸੀਂ नहीं कहते, साडे विश्वास आ उन्हां चीज़ां ते, लेकिन फिर भी कई बार इन्ना कि लंबा हो जाता काम कि कई अज मनजीत इहो जे भी केस ने, पिछले एक वक्त सी जब द फास्ट ट्रैक कोर्ट नहीं हुंदे सी, तो मैं इहो जे भी केस अखबारां दे विच पढ़ने कि बंदा स्वर्गवास हो गया लेकिन उहदा केस अजे भी चल रहा। लेकिन अज देखो हालात, एडवांस टैक्नोलॉजी बहुत कुछ आई आ, फास्ट ट्रैक कोर्ट आ गए ने, सारियां चीज़ां आ रही ने, ते किथे ना किथे सुप्रीम कोर्ट जिहड़ा हर एक चीज़ नूं जांच परख रहा। जिस तरीके नाल अंदोलन किया जा रहा
ਤੇ ਸੁਪਰੀਮ ਕੋਰਟ ਨੇ ਦੇਖੋ ਇਹ ਵੀ ਗੱਲ ਕਹੀ ਹੈ ਕਿ ਸੰਵਿਧਾਨਿਕ ਅਧਿਕਾਰ ਆ, ਕਿਉਂਕਿ ਸੁਪਰੀਮ ਕੋਰਟ ਨੇ ਹਰ ਇੱਕ ਚੀਜ਼ਾਂ ਨੂੰ ਵੇਖਣਾ, ਕਿਤੇ ਨਾ ਕਿਤੇ ਉਹਨਾਂ ਦਾ ਇੱਕ ਫੈਸਲਾ ਜਿਹੜਾ ਉਹ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਫੈਸਲਾ, ਬਹੁਤ ਸਾਰਿਆਂ ਲੋਕਾਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਫੈਸਲਾ, ਤਾਂ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮਝਣੀਆਂ ਚਾਹੀਦੀਆਂ, ਵੇਖਣੀਆਂ ਚਾਹੀਦੀਆਂ। ਲੇਕਿਨ ਜਿਹੜੇ ਆਦੇਸ਼ ਸੁਪਰੀਮ ਕੋਰਟ ਦੇ ਆਉਣੇ ਨੇ ਉਹ ਦੋਨਾਂ ਧਿਰਾਂ ਨੂੰ, ਸਰਕਾਰ ਨੂੰ ਵੀ ਤੇ ਕਿਸਾਨਾਂ ਨੂੰ ਮੰਨਣੇ ਚਾਹੀਦੇ। ਤੇ ਜੋ ਕੁਝ ਚੀਜ਼ਾਂ ਹੋ ਰਹੀਆਂ ਹੁਣ ਵੇਖੋ, ਕੋਰਟ ਦਾ ਫੈਸਲਾ, ਕੋਰਟ ਦੇ ਫੈਸਲੇ ਤੋਂ ਪਹਿਲਾਂ ਇੱਕ ਪਾਸੇ ਰਾਜਨੀਤੀ ਇਹੋ ਜਿਹੀ ਚੱਲ ਰਹੀ ਹੈ ਮਨਜੀਤ, ਕਿ ਤੁਸੀਂ ਕਹੋਗੇ ਕਿ ਹੁਣ ਤਾਂ ਕਿਸਾਨਾਂ ਨੇ ਜਿਸ ਤਰੀਕੇ ਨਾਲ ਮੋਰਚਾ ਖੋਲ੍ਹੇ ਨੇ ਤੇ ਜਿਸ ਤਰੀਕੇ ਨਾਲ ਮਹਾਪੰਚਾਇਤ ਦਾ ਐਤਵਾਰ ਨੂੰ ਵਿਰੋਧ ਹੋਇਆ ਕਰਨਾਲ ਦੇ ਵਿਖੇ ਕੈਨੋਲ ਪਿੰਡ ਦੇ ਵਿੱਚ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਹਵਾਈ ਜਹਾਜ਼ ਵੀ, ਉਹਨਾਂ ਦਾ ਜਿਹੜਾ ਹੈਲੀਕਾਪਟਰ ਸੀ ਉਹ ਵੀ ਉੱਥੇ ਉਤਰ ਨਹੀਂ ਦਿੱਤਾ। ਹਾਲਾਂਕਿ ਜਿਹੜੇ ਉੱਥੇ ਭਾਜਪਾ ਦੇ ਲੀਡਰ ਤੇ ਆਗੂ ਪਹੁੰਚੇ ਹੋਏ ਸੀ, ਬਹੁਤ ਸਾਰੇ ਇਹੋ ਜਿਹੇ ਸੀਗੇ ਕਿ ਨਾਲ ਕਿੱਥੇ ਜਾ ਕੇ ਉਹਨਾਂ ਨੇ ਆਪਣਾ ਠਿਕਾਣਾ ਬਣਾਇਆ ਤਾਂ ਆਪਣੀ ਕਹਿੰਦੇ ਜਾਨ ਬਚਾਈ, ਲੇਕਿਨ ਉੱਥੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਨਹੀਂ ਕਿਸਾਨ ਗਏ ਸੀ। ਜਦ ਇਹੋ ਜਿਹੇ ਬਿਆਨ ਆਏ ਤਾਂ ਉੱਥੇ ਕੋਈ ਨੁਕਸਾਨ ਪਹੁੰਚਾਉਣ, ਕਿਸੇ ਨੂੰ ਜਾਨੋਂ ਮਾਰਨ ਨਹੀਂ ਗਏ ਸੀ, ਉਹ ਇੱਕ ਵਿਰੋਧ ਸਰੂਪ ਕਰ ਰਹੇ ਸੀ। ਦੇਖੋ ਕਿਸਾਨ 4 ਕਿਲੋਮੀਟਰ ਤੋਂ ਵੱਧ ਪੈਦਲ ਤੁਰ ਕੇ ਉੱਥੇ ਪਹੁੰਚੇ, ਉਸ ਤੋਂ ਬਾਅਦ ਉਹਨਾਂ ਜਿਸ ਤਰੀਕੇ ਵਿਰੋਧ ਕੀਤਾ, ਪਾਣੀ ਦੀਆਂ ਬਛੋਰਾਂ ਹੋਈਆਂ, ਫਿਰ ਅਥਰੂ ਗੈਸ ਦੇ ਗੋਲੇ ਸੁੱਟੇ ਗਏ। ਤਾਂ ਹੁਣ ਤੁਹਾਡੇ ਦੇ ਅੰਦਰ ਇੱਕ ਪੇਸ਼ਨ ਹੋਏਗਾ, ਉਹ ਪੇਸ਼ੈਂਸ ਜਿਹੜੇ ਨੇ ਕੁਝ ਵਕਤ ਤੱਕ ਹੀ ਸਹਿਨ ਹੁੰਦੇ ਨੇ, ਉਸ ਤੋਂ ਬਾਅਦ ਉਹ ਲਿਮਿਟ ਕ੍ਰੋਸ ਹੋ ਜਾਂਦੀ। ਤਾਂ ਹੁਣ ਜਦ ਕਿਸੇ ਨੂੰ ਵੱਧ ਤੰਗ ਕਰੋਗੇ, ਉਹ ਤਾਂ ਸ਼ਾਂਤੀਮਈ ਤਰੀਕੇ ਨਾਲ ਵਿਰੋਧ ਕਰਨ ਆ ਰਹੇ ਸੀ, ਜਦ ਉਹਨਾਂ ਨੂੰ ਪੈਦਲ ਤੁਰ ਕੇ ਆਣਾ ਪਿਆ, ਭੱਜਣਾ ਪਿਆ, ਜੋ ਤਸਵੀਰਾਂ ਅਸੀਂ ਵੇਖੀਆਂ, ਜੋ ਲਾਠੀ ਚਾਰਜ ਵੀ ਵਿੱਚ ਧੱਕਾ ਮੁੱਕੀ ਹੋਈ, ਤਾਂ ਵੇਖਣ ਵਾਲੀਆਂ ਤਸਵੀਰਾਂ ਸੀਗੀਆਂ ਮਨਜੀਤ। ਹੁਣ ਵੇਖੋ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਵੇਖਣ ਨੂੰ ਮਿਲਿਆ। ਹੁਣ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਤੇ ਅਕਾਲੀ ਦਲ ਆਪਣੀ ਰਾਹ ਚੱਲ ਰਿਹਾ, ਕਾਂਗਰਸ ਆਪਣੀ ਚੱਲ ਰਹੀ, ਆਮ ਆਦਮੀ ਪਾਰਟੀ ਆਪਣੀ ਚੱਲ ਰਹੀ, ਤੇ ਬਾਕੀ ਜਿਹੜੇ ਹੋਰ ਛੋਟੇ ਮੋਟੇ ਲੀਡਰ ਤੇ ਵੱਡੇ ਸਤਰ ਦੇ ਪੁਰਾਣੇ ਲੀਡਰ ਨੇ ਆਪਣੀਆਂ ਆਪਣੀਆਂ ਪਾਰਟੀਆਂ ਬਣਾ ਕੇ ਬਹਿ ਗਏ ਨੇ। ਸਾਰੇ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਵਿੱਚ ਹੈਗੇ ਆ, ਅਸੀਂ ਕਿਸਾਨੀ ਨਾਲ ਜੁੜੇ ਹੋਏ ਆ, ਲੇਕਿਨ ਰਾਜਨੀਤਿਕ ਰੋਟੀਆਂ ਪੂਰੀਆਂ ਸੇਕੀਆਂ ਜਾ ਰਹੀਆਂ ਨੇ। ਹੁਣ ਵੇਖੋ ਮਾਨਯੋਗ ਕੰਮ ਆ, ਇੱਕ ਬਹੁਤ ਕਦਰ ਕਰਦਾ ਇਹੋ ਜਿਹੇ ਕਦਮਾਂ ਦੀ। ਦੇਖੋ ਅਭੈ ਚੌਟਾਲਾ ਨੇ, INLD ਦੇ ਮਹਾ ਸਚਿਵ ਨੇ, ਹਰਿਆਣੇ ਦੀ ਬਹੁਤ ਪੁਰਾਣੀ ਪਾਰਟੀ ਹੈ, ਕਿਸਾਨਾਂ ਦੇ ਮਸਲੇ ਕਾਫੀ ਚੱਕਦੀ ਰਹੀ ਹੈ। INLD ਦਾ ਜਿਹੜਾ ਇਨੈਲੋ ਦਾ ਇਤਿਹਾਸ ਰਿਹਾ ਕਿਸਾਨੀ ਲਈ, ਉਹ ਆਪਣੇ ਆਪ ਵਿੱਚ ਇੱਕ ਇਤਿਹਾਸ ਤੇ ਕਾਫੀ ਸਲਾਹਯੋਗ ਜਿਹੜਾ ਕੰਮ ਹੈ ਉਹਨਾਂ ਦਾ ਜ਼ਿਕਰਯੋਗ ਕੰਮ ਗਿਣਿਆ ਜਾਂਦਾ ਇਨੈਲੋ ਦਾ। ਤੇ ਅਭੈ ਚੌਟਾਲਾ ਨੇ ਹੁਣ ਜਿਹੜਾ ਇੱਕ ਕਦਮ ਚੱਕਿਆ, ਉਹਨਾਂ ਦੀ ਐਕਸਕਲੂਸਿਵ ਅਸੀਂ ਸੂਚੀ ਵੀ ਦੱਸ ਦਈਏ, ਜਿਹੜੀ ਲੈਟਰ ਲਿਖਿਆ ਉਹਨਾਂ ਨੇ ਸਪੀਕਰ ਨੂੰ ਕਿ ਮੇਰਾ ਅਸਤੀਫਾ ਜਿਹੜਾ ਸਵੀਕਾਰ ਕਰ ਲਿਓ, ਜੇ ਅਗਰ 26 ਤਰੀਕ ਤੋਂ ਪਹਿਲਾਂ ਜੇਕਰ 26 ਤਰੀਕ ਤੋਂ ਪਹਿਲਾਂ ਜੇਕਰ ਕਿਸਾਨ ਬਿੱਲ ਸਰਕਾਰ ਨੇ ਵਾਪਸ ਨਹੀਂ ਲਿਆ ਤਾਂ ਉਹਨਾਂ ਨੇ ਆਪਣਾ ਅਸਤੀਫਾ ਲਿਖਿਤ ਤੌਰ ਤੇ, ਤੁਸੀਂ ਐਕਸਕਲੂਸਿਵ ਸੂਚੀ ਵੀ ਵੇਖ ਸਕਦੇ ਹੋ, ਉਹਨਾਂ ਨੇ ਲਿਸਟ ਪਾਈ ਆ, ਲਿਸਟ ਦੇ ਨਾਲ ਟਵੀਟ ਵੀ ਕੀਤਾ। ਟਵੀਟ ਦੇ ਵਿੱਚ ਉਹਨਾਂ ਨੇ ਕੀ ਕੁਝ ਲਾਈਨਾਂ ਲਿਖੀਆਂ ਨੇ। ਹੁਣ 26 ਤਰੀਕ ਤੋਂ ਪਹਿਲਾਂ ਜੇਕਰ ਕਹਿੰਦੇ ਸਪੀਕਰ ਨੂੰ ਜਿਹੜਾ ਲੈਟਰ ਲਿਖਿਆ ਉਹਦਾ ਇੱਕ ਪ੍ਰੋਪਰ ਫੋਰਮੈਟ ਹੁੰਦਾ। ਹੁਣ ਸਪੀਕਰ ਨੂੰ ਇਹ ਫੋਰਮੈਟ ਪਸੰਦ ਆਂਦਾ ਜਾਂ ਨਹੀਂ ਆਂਦਾ, ਵਿਧਾਨ ਸਭਾ ਸਪੀਕਰ ਤੋਂ ਵਿਧਾਨ ਸਭਾ ਜਿਹੜਾ ਉਹਦਾ ਉਹਨਾਂ ਕੋਲ ਜਿਹੜੇ ਵਿਧਾਇਕ ਨੇ ਉਹ ਜਿਸ ਵਿਧਾਨ ਸਭਾ ਖੇਤਰ ਦੇ ਉਦੋਂ ਤੋਂ ਉਹਨਾਂ ਨੇ ਅਸਤੀਫਾ ਦੇਤਾ, ਤਾਂ ਇਹਦਾ ਐਲਾਨ ਜਿਹੜਾ ਸੀ ਉਹਨਾਂ ਨੇ ਪਹਿਲਾਂ ਕਰਤਾ ਸੀ ਮਨਜੀਤ। ਹੁਣ ਵੇਖੋ ਜਿਸ ਤਰੀਕੇ ਨਾਲ ਇਨੈਲੋ ਦੇ ਵਿਧਾਇਕ ਤੇ ਕਾਫੀ ਵੱਡੇ ਲੀਡਰ ਨੇ, ਅਭੈ ਚੌਟਾਲਾ SYL ਤੱਕ ਵੀ ਸੰਭੂ ਬਾਰਡਰ ਤੱਕ ਮੋਰਚੇ ਖੋਲ੍ਹਦੇ ਰਹੇ ਨੇ ਫਾਵੜੇ ਤੇ ਟਰੈਕਟਰ ਲੈ ਕੇ। ਤੇ ਹੁਣ ਕਿਸਾਨਾਂ ਦੇ ਮਸਲੇ ਦੇ ਵਿੱਚ ਇੰਨਾ ਵੱਡਾ ਸਟੈਪ ਹਰਿਆਣਾ ਦੇ ਵਿੱਚ ਚੱਕਿਆ ਇਸ ਲੀਡਰ ਨੇ, ਤਾਂ ਕਿਤੇ ਨਾ ਕਿਤੇ ਬਾਕੀਆਂ ਨੂੰ ਵੀ ਇਹਨਾਂ ਨੇ ਕਿਹਾ ਕਿ ਇਹੋ ਜਿਹਾ ਤੁਸੀਂ ਕਰੋ। ਹਾਲਾਂਕਿ ਦੇਖੋ ਵਿਧਾਨ ਸਭਾ ਤੇ ਅਸਤੀਫਾ ਦੇਣਾ ਤੇ ਉਹਦੇ ਤੇ ਬਾਅਦ ਚ ਜਿਮਣੀ ਚੋਣਾਂ ਹੋਣੀਆਂ ਜਾਂ ਬਾਕੀ ਚੀਜ਼ਾਂ ਹੋਣੀਆਂ, ਬਹੁਤ ਖਰਚੇ ਵਾਲੀ ਗੱਲ, ਲੇਕਿਨ ਇਹਦੇ ਲਈ ਵੀ ਇੱਕ ਜਿਗਰਾ ਚਾਹੀਦਾ। ਤੇ ਅੱਜ ਦੇਖੋ ਇਹਨਾਂ ਨੇ ਅਸਤੀਫਾ ਦਿੱਤਾ। ਹੁਣ ਸਪੀਕਰ ਸਾਹਿਬ ਅਸਤੀਫਾ ਜਿਹੜਾ ਇਹਨਾਂ ਨੇ 26 ਤਰੀਕ ਦਾ ਵੀ ਜ਼ਿਕਰ ਕੀਤਾ, ਇਹਨਾਂ ਨੇ ਬਿੱਲਾਂ ਦਾ ਜਿਹੜਾ ਇਹਦੇ ਤੇ ਜ਼ਿਕਰ ਕੀਤਾ, ਪੂਰਾ ਇੱਕ ਲੈਟਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ, ਕੱਲੀ ਕੱਲੀ ਚੀਜ਼ ਲਿਖੀ ਗਈ ਆ। ਤੇ 26 ਤਰੀਕ ਨੂੰ ਜੇਕਰ ਨਹੀਂ ਬਿੱਲ ਵਾਪਸ ਹੋਏ ਉਦੋਂ ਤੱਕ 26 ਨੂੰ ਦੇਖੋ ਕਿਸਾਨ ਪਰੇਡ ਵੀ ਹੋਣੀ ਆ, ਤੇ ਉਸ ਤਰੀਕ ਨੂੰ ਜੇਕਰ ਨਾ ਹੋਏ ਬਿੱਲ ਵਾਪਸ ਤੇ ਉਹਨਾਂ ਨੇ ਪਹਿਲਾਂ ਜਿਹੜਾ ਅਸਤੀਫਾ ਦੇਤਾ, ਜਿਹੜਾ ਉਹਨਾਂ ਨੇ ਕਿਹਾ ਸੀ ਉਹ ਗੱਲ ਉਹਨਾਂ ਨੇ ਪੂਰੀ ਕਰਤੀ। ਤੇ ਹੁਣ ਅਸਤੀਫਾ ਮਨਜ਼ੂਰ ਹੁੰਦਾ ਨਹੀਂ ਹੁੰਦਾ ਜਾਂ ਕਿਸਾਨ ਬਿੱਲ ਵਾਪਸ ਹੋ ਜਾਂਦੇ ਨੇ, ਇਹ ਸਾਰੀਆਂ ਚੀਜ਼ਾਂ ਵੇਖਣ ਵਾਲੀਆਂ ਨੇ, ਕਿਉਂਕਿ ਅਜੇ ਸੁਣਵਾਈ ਹੋਣੀ ਆ। ਤੇ ਦੂਜੇ ਪਾਸੇ ਹੁਣ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਚੱਲ ਰਹੀ ਆ ਉਹ ਕਾਫੀ ਉਤਾਰ ਚੜਾਅ ਵਾਲੀ ਚੱਲ ਰਹੀ ਆ। ਜਿਹੜੇ ਪੰਜਾਬ ਦੇ CM ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਤੇ ਕਾਫੀ ਆਰੋਪ ਲੱਗ ਰਹੇ ਨੇ। ਉਹਨਾਂ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਪਹਿਲਾਂ ਹੀ ਮੋਰਚਾ ਖੋਲ੍ਹਿਆ ਹੋਇਆ। ਹੁਣ ਹਰਸਿਮਰਤ ਕੌਰ ਬਾਦਲ ਨੇ ਇਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਜਿਹੜੇ ਨੇ ਉਹ ਵੀ ਰਾਜਨੀਤੀ ਕਰ ਰਹੇ ਨੇ, ਉਹ ਵੀ ਹਾਈ ਕਮਾਂਡ ਨਾਲ ਮਿਲੇ ਹੋਏ ਨੇ, ਭਾਜਪਾ ਦੀ ਬੋਲੀ ਬੋਲਦੇ ਨੇ। ਇਹੋ ਜਿਹੇ ਆਰੋਪ ਵੀ ਆਮ ਆਦਮੀ ਪਾਰਟੀ ਵਾਲੇ ਅਨਮੋਲ ਗਗਨ ਮਾਨ ਤੇ ਹਰਪਾਲ ਸਿੰਘ ਚੀਮਾ ਲਗਾ ਕੇ ਗਏ ਸੀ। ਹੁਣ
ਜਿਹੜੇ ਖੇਤੀਬਾੜੀ ਕਾਨੂੰਨ ਨੇ, ਜਿਹੜੀਆਂ ਮੌਤਾਂ ਹੋ ਰਹੀਆਂ ਜਾਂ ਹਰਿਆਣੇ ਦੇ ਵਿੱਚ ਜਿਸ ਤਰੀਕੇ ਨਾਲ ਧੱਕਾ ਮੁੱਕੀ ਹੋਈ ਕਿਸਾਨਾਂ ਦੇ ਨਾਲ ਜਾਂ ਅਥਰੂ ਗੈਸ ਦੇ ਗੋਲੇ ਮਾਰੇ ਗਏ, ਉਹਦੇ ਤੇ ਹਰਸਿਮਰਤ ਕੌਰ ਬਾਦਲ ਨੇ, ਸਾਬਕਾ ਕੈਬਨਿਟ ਮੰਤਰੀ ਨੇ ਕੇਂਦਰ ਸਰਕਾਰ ਦੇ, ਉਹਨਾਂ ਨੇ ਮਨਜੀਤ ਕੀ ਕੁਝ ਕਿਹਾ, ਆਓ ਸੁਣਾਉਂਦੇ ਅਸੀਂ ਆਪਣੇ ਦਰਸ਼ਕਾਂ ਨੂੰ। ਇਹ ਬਿਲਕੁਲ ਕਲੀਅਰ ਹੈ ਕਿ ਕੇਂਦਰ ਸਰਕਾਰ ਨੇ ਇਹਦਾ ਸਿੱਟਾ ਕੱਢਣ ਦਾ ਕੋਈ ਇਰਾਦਾ ਹੀ ਨਹੀਂ ਸੀ। ਜੇ ਕੋਈ ਇਰਾਦਾ ਹੁੰਦਾ ਤਾਂ ਫਿਰ 3 ਜੂਨ ਤੋਂ ਲਗਾਤਾਰ ਜਦ ਮੈਂ ਮੁੱਦਾ ਚੱਕਦੀ ਰਹੀ, ਆਹੀ ਬੇਨਤੀ ਕਰਦੀ ਰਹੀ ਕਿ ਗੱਲਬਾਤ ਕਰ ਲਓ, ਸ਼ੰਕੇ ਦੂਰ ਕਰ ਲਓ। ਉਸ ਸਮੇਂ ਨਹੀਂ ਕੀਤਾ ਤੇ 1.5 ਮਹੀਨਾ ਲੋਕਾਂ ਨੂੰ ਠੰਡ 'ਚ ਸੜਕਾਂ 'ਚ ਬਿਠਾ ਕੇ 70 ਮੌਤਾਂ ਕਰਕੇ ਅੱਜ ਵੀ ਕਿਸੇ ਨਤੀਜੇ 'ਚ ਨਹੀਂ ਪਹੁੰਚੇ ਨੇ। ਇਹ ਸਾਫ਼ ਹੈ ਕਿ ਉਹਨਾਂ ਦਾ ਇਰਾਦਾ ਨਹੀਂ ਸੀ, ਜਿਹਦੇ ਕਰਕੇ ਪਿਛਲੇ ਮੀਟਿੰਗ 'ਚ ਕਿਹਾ ਕਿ ਅਦਾਲਤ 'ਚ ਚਲੇ ਜਾਓ। ਕੋਈ ਇਲੈਕਟਿਡ ਸਰਕਾਰ ਲੋਕਾਂ ਨੂੰ ਕੋਈ ਅਦਾਲਤ 'ਚ ਜਾਓ, ਇਹ ਸਾਫ਼ ਕਲੀਅਰ ਹੈਗਾ ਕਿ ਸਮੇਂ ਬਰਬਾਦ ਕਰਨ ਦਾ ਇਹਨਾਂ ਦਾ ਇਰਾਦਾ ਹੈ ਤੇ ਲੋਕਾਂ ਦੀ ਜਿਨ੍ਹਾਂ ਦੀ ਜਾਨਾਂ ਜਾ ਰਹੀ ਉਹਨਾਂ ਦੇ ਕੱਖ ਪਰਵਾਹ ਨਹੀਂ ਹੈਗੀ। ਇਸ ਤੋਂ ਹੋਰ ਦੁੱਖ ਦੀ ਗੱਲ ਕੀ ਹੋ ਸਕਦੀ ਹੈ। ਆਪਣੀ ਸਰਕਾਰ ਵੱਲੋਂ ਕੀ ਕਹਿ ਰਿਹਾ ਕਿ ਬੜਾ ਵੱਡਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਕੱਲ ਸੀਐਮ ਕੱਟੜ ਨੂੰ। ਦੇਖੋ, ਜਦ ਲੋਕੀ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕਰਨਾ ਇੱਕ ਡੈਮੋਕ੍ਰੈਟਿਕ ਰਾਈਟ ਹੁੰਦੀ ਹੈ, ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ ਜਿਹੜਾ ਉਹਨਾਂ ਤੋਂ ਬਿਨਾਂ ਪੁੱਛੇ ਬਣਾਏ ਗਏ ਨੇ, ਉਹਦਾ ਵਿਰੋਧ ਕਰਨਾ ਉਹਨਾਂ ਦਾ ਹੱਕ ਬਣਦਾ ਹੈ। ਇਸ ਹੱਕ ਨੂੰ ਜਦੋਂ ਅਦਾ ਕਰਦੇ ਤੁਸੀਂ ਉਹਨਾਂ ਦੇ ਉੱਤੇ ਪਾਣੀ ਦੀ ਬੌਛਾਰਾਂ ਤੇ ਅਥਰੂ ਗੈਸ ਸਿੱਟੋਗੇ, ਫਿਰ ਤੁਸੀਂ ਲੋਕਾਂ ਨੂੰ ਧੱਕ ਰਹੇ ਹੋ ਕਿ ਤੁਸੀਂ ਇੱਕ ਸ਼ਾਂਤਮਈ ਤਰੀਕੇ ਨਹੀਂ, ਅਸ਼ਾਂਤੀ ਦੀ ਤਰਫ ਸਰਕਾਰ ਤੇ ਉਹ ਆਪਣੇ ਪੁਲਿਸ ਦੇ ਰਾਹੀਂ ਉਹਨਾਂ ਨੂੰ ਧੱਕ ਰਹੀ ਹੈ। ਅੱਜ ਮੈਂ ਆਹੀ ਬੇਨਤੀ ਕਰਾਂਗੀ ਕਿ ਇਸ ਸਰਕਾਰ ਦੇ ਜਿਹੜੇ ਇਰਾਦੇ ਨੇ ਉਹਨਾਂ ਨੂੰ ਕਾਮਯਾਬ ਹੋਣ ਲੋਕੀ ਨਾ ਦੇਣ। ਬਹੁਤ ਵਧੀਆ ਤੇ ਬਹੁਤ ਵੱਡਾ ਸੰਘਰਸ਼ ਲੋਕਾਂ ਨੇ ਕੀਤਾ ਹੈਗਾ, ਦੁਨੀਆ ਭਰ 'ਚ ਇਹਦੀ ਸ਼ਲਾਘਾ ਹੋਈ ਹੈ। ਲੇਕਿਨ ਹੁਣ ਸਰਕਾਰ ਨੇ ਹਰ ਤਰ੍ਹਾਂ ਦੇ ਹੱਥਕੰਡੇ ਜਿਵੇਂ ਪਹਿਲੇ ਅਪਣਾਉਂਦੇ ਰਹੇ ਨੇ, ਹੁਣ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਲੋਕਾਂ ਨੂੰ ਇਸ ਸੰਘਰਸ਼ ਨੂੰ ਬਦਨਾਮ ਕਰਨ ਵਾਸਤੇ ਇਹੋ ਜਿਹੀ ਹਰਕਤਾਂ ਹੋਣ ਜਿਹਦੇ ਨਾਲ ਲੋਕਾਂ ਦੀ ਅੱਖਾਂ 'ਚ ਇਹ ਸੰਘਰਸ਼ ਸੰਘਰਸ਼ ਦੀ ਬਦਨਾਮੀ ਹੋਏ। ਜਿਹਦੇ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਸੰਘਰਸ਼ ਨੂੰ ਸ਼ਾਂਤਮਈ ਰੱਖਣਾ। ਜਿਹੜਾ ਤੁਸੀਂ ਤੁਹਾਡਾ ਇਹ ਅੰਦੋਲਨ ਰਿਹਾ ਬਹੁਤ ਵਧੀਆ ਰਿਹਾ, ਤੁਸੀਂ ਉਹਦੇ 'ਚ ਡਟੇ ਰਹੋ ਤੇ ਸਰਕਾਰ ਜਦ ਆਪਣਾ ਇਹੋ ਜਿਹੇ ਕੰਮਕਾਜ ਕਰੂਗੀ, ਬਦਨਾਮੀ ਸਰਕਾਰ ਦੀ ਹੋਗੀ। ਤਾਂ ਸਰਕਾਰ ਨੂੰ ਇੱਕ ਵਾਰ ਫੇਰ ਅਪੀਲ ਕਰਦੀ ਹਾਂ, ਕੱਲ ਮੈਂ ਆਪਣੇ ਇਲਾਕੇ ਦੇ 3 ਪਰਿਵਾਰਾਂ ਦੇ ਕੋਲ ਹੋ ਕੇ ਆਈ। 70 ਬੰਦੇ ਜਿਨ੍ਹਾਂ ਦੀ ਮੌਤ ਹੋਈ ਹੈ, ਇਹ ਕਿਸੇ ਦਾ ਪੁੱਤ, ਕਿਸੇ ਦਾ ਪਿਓ, ਕਿਸੇ ਦਾ ਭਰਾ ਤੇ ਬਜ਼ੁਰਗ ਮਾਤਾਵਾਂ ਕਿਸੇ ਦੀ ਮਾਵਾਂ ਹੈਗੀਆਂ। ਇਕਲੌਤੇ ਪੁੱਤ 9 ਸਾਲ ਬਾਅਦ ਅਰਦਾਸਾਂ ਬੇਨਤੀਆਂ ਕਰਕੇ ਜਿਹਨੂੰ ਬੱਚਾ ਹੋਇਆ, ਅੱਜ 18 ਸਾਲ ਦਾ ਉਹ ਬੱਚਾ ਉੱਥੋਂ ਸ਼ਹਾਦਤ ਲੈ ਗਿਆ। 23 ਸਾਲ ਦਾ ਕੱਲਾ ਮੁੰਡਾ ਪਰਿਵਾਰ 'ਚ, ਉਹਦੀ ਸ਼ਹਾਦਤ ਹੋ ਗਈ। 45 ਸਾਲ ਦਾ ਇੱਕ ਪਿਓ ਜਿਹਦੀ ਵਾਈਫ ਹੈਂਡੀਕੈਪ ਹੈ ਤੇ 2 ਨਿੱਕੇ ਬੱਚੇ ਨੇ। ਕੋਈ ਆਮਦਨ ਦਾ ਸਹਾਰਾ, ਕਿਉਂ ਆਪਾਂ ਇਹੋ ਜਿਹੇ ਲੋਕਾਂ ਨੂੰ ਮਾਰ ਰਹੇ ਹਾਂ? ਆਪਣਾ ਫਰਜ਼ ਅਦਾ ਕਰੋ, ਕੋਈ ਕਾਨੂੰਨ ਵਾਪਸ ਲੈ ਕੇ ਉਹਨੂੰ ਚੰਗਾ ਬਣਾ ਕੇ ਲੈ ਕੇ ਲੋਕਾਂ ਦੇ ਕੋਲ ਆਏ। ਤੁਹਾਡੇ ਉੱਤੇ ਕੀ ਪ੍ਰੈਸ਼ਰ ਹੈ ਕਿ ਕੌਣ ਤੁਹਾਨੂੰ ਰੋਕ ਰਿਹਾ ਇਸ ਕਰਨ ਤੋਂ? ਮੈਂ ਆਸ ਕਰਦੀ ਹਾਂ ਕਿ ਸਰਕਾਰ ਦੁਬਾਰਾ ਸੋਚੇ ਤੇ ਉਮੀਦ ਕਰਦੀ ਹਾਂ ਅਦਾਲਤ ਇਕਲੌਤਾ ਰਾਸਤਾ। ਹੁਣ ਸਰਕਾਰ ਕਹਿ ਰਹੀ ਹੈ ਅਦਾਲਤ ਕੋਲ ਜਾਓ, ਲੋਕਾਂ ਨੂੰ ਕਹਿ ਰਹੀ ਹੈ, ਮਤਲਬ ਉਹ ਟੋਟਲੀ ਫੇਲ ਹੋ ਚੁੱਕੀ ਹੈ ਆਪਣੇ ਆਪ ਨੂੰ ਇਸ ਮਸਲੇ ਨੂੰ ਹੱਲ ਕਰਨ ਵਾਸਤੇ, ਨਾਕਾਮ ਰਹਿ ਗਈ ਹੈਗੀ, ਫੇਲ ਹੋ ਗਈ ਹੈਗੀ। ਇਸ ਤੋਂ ਵੱਡਾ ਫੇਲਿਅਰ ਕੀ ਹੋ ਸਕਦਾ ਹੈ ਸਰਕਾਰ ਦਾ? ਅਦਾਲਤ ਨੂੰ ਅਪੀਲ ਕਰਦੀ ਹਾਂ, ਸੁਪਰੀਮ ਕੋਰਟ ਨੂੰ ਅਪੀਲ ਕਰਦੀ ਹਾਂ ਕਿ ਪ੍ਰੋਟੈਸਟ ਕਰਨਾ ਤੁਸੀਂ ਆਪ ਕਿਹਾ ਇਹਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ। ਇਹ ਇਹਨਾਂ ਦੀ ਜ਼ਮੀਨ ਦੀ, ਇਹਨਾਂ ਦੀ ਕਮਾਈ ਦੀ, ਇਹਨਾਂ ਦੀ ਰੋਟੀ ਦੀ ਗੱਲ ਹੈ। ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗੀ कि लोगों की सुनो ते उन्हां दे नाल इंसाफ जरूर करो। कैप्टन अमरिंदर सिंह का कहना है कि अकाली दल और आप ट्रैक्टर मार्च निकाला जा रहा है 26 तारीख को, वुमेन ट्रैक्टर मार्च निकाला, क्या कहेंगे आप भी इसमें शामिल होंगी? ये देखिए, इसके बारे में मैं कुछ नहीं। एक 26 जनवरी का दिन देश के लिए एक बहुत ही ऐतिहासिक दिन होता है। इसकी बहुत भावनाएं देशवासियों की जुड़ी हुई है। इसको कोई हल्के पुल्के तरीके से नहीं समझना चाहिए। हाँ, किसानों की जो उनकी मंशा है उसके साथ बिल्कुल मैं सहमत हूँ, लेकिन ना ही मुझे किसी ने इस आंदोलन में शामिल होने के लिए सद्दा दिया है और ना ही मैं समझती हूँ कि एक शांतिपूर्वक आंदोलन को ऐसा कुछ किया जाए, क्योंकि इस चीज़ में उस तरफ वो जब बढ़ेंगे तो सरकार अपना काम करेगी। और मैं दोनों तरफों को ये अपील करती हूँ कि बहुत एक जान बहुत कीमती है, कोई ऐसा कदम ना उठाया जाए जिससे एक भी जान का नुकसान हो। मेरी तो यही चलो वीर जी, थैंक यू। क्या उम्मीद करते हैं सुप्रीम कोर्ट से? इंसाफ की उम्मीद करती हूँ और उम्मीद सारे यही रख रहे हैं कि जो लाखों लोग 1.5 महीने से बैठे हैं, जो 70 लोगों की जानें चली गई हैं,
आज जिस सरकार उनकी नहीं सुन रही है, आज अदालत मजबूर करे, लेकिन उम्मीद ही रख सकती है। तो मनजीत तुही सुनिया कि हरसिमरत कौर बादल ने भी की कुछ कहा। उम्मीद सबनों यही आ कि सुप्रीम कोर्ट जो भी फैसला देगा वो बहुत चंगे तरीके नाल सोच समझ के वो फैसला आना, तो किथे ना किथे सरकार नूं भी उन्हां आदेशों का पालन करना चाहिए। तो 3 पटीशनां सी, उन्हां 3 पटीशनां ते जिहड़ा वो सुनवाई हो रही आ, ते हुण ये जिहड़ा कुछ घंटे बाद फैसला आ जाना, उम्मीद करते हैं सरकार ते किसान ਜਿਹੜੇ ਜਥੇਬੰਦੀਆਂ ਦੇ ਆਗੂ ਨੇ उस आदेश की पालना करन ते किथे ना किथे सलाह ते सुलह करके जिहड़ी आ अगे दी रणनीति तैयार करन, ताकि जिस तरीके नाल मंदभागीआं खबरां किसान अंदोलन जिथों जिथों चल रहा या हुण तक 60 तो वध जिहड़े किसानां दी मौत हो चुकी है, तो इहो जिहियां मंदभागीआं खबरां ना आउण, क्योंकि वो भी किसी दे परिवार नाल जुड़े हुए ने। बहुत सारे लोग जिहड़े इहो जिहे ने जिहड़े हमदर्दी तां जताउंदे ने, लेकिन नाल दी नाल जिहड़ा वो राजनीतिक पारा वो भी हाई रखते हैं, लेकिन जिहड़े आम लोग ने बेचारे जिहड़े घरां 'च बैठे ने, उन्हां दा भी इस वक्त किथे ना किथे मन कर रहा कि असीं भी ਸਿੰਘੂ बॉर्डर, टिकरी बॉर्डर या गाजिया बॉर्डर ते जाइए ते धरने दे विच शामिल होइए। ते सारे जिथे जिथे किसानी अंदोलन नूं समर्थन कर रहे हैं, सारे भी यही इसे खबर ते या इसे चीज़ ते बने हुए हैं कि हुण सुप्रीम कोर्ट का फैसला की आंदा ते सरकार ते बाकी जिहड़े किसान आगू ने वो की कुछ करते हैं। खबर की ताज़ा अपडेट के लिए साडे YouTube चैनल को सबसक्राइब करो, Facebook चैनल को लाइक और शेयर करो।